पाठ सरवण कीता जी। आओ मन बिरतियाँ गुरु चरणों नाल जोड़ते हुए गुरु चरणों विखे लवाइए हाजरियाँ। गुरु का बख्शिया फतेह का नारा करिए बुलंद, उपरंत बाणी की विचार नाल जुड़ना करांगे। कद के आखिए जी वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। माज महला पंजवा। सिमरत नाम हृदय सुख पाया। कर कृपा भगति प्रगटाया। संत संग मिल हर हर जपया। बिन से आलस रोगा जियो। संत संग मिल हर हर जपया। बिन से आलस रोगा जियो। वाहिगुरु ये पवित्र बचन पंजवें पातशाह शहीदां दे सिरताज छतर चवर ताकत दे मालक हलत पलट के रखयक धन धन सतगुरु श्री गुरु अर्जन देव जी महाराज आप परमेश्वर उन्हां दे उचारण कीते हुए बचन जो आप जी ने सरवण कीते। धन धन श्री गुरु अर्जन देव जी महाराज इन्हां बचनां राहीं की बख्शिश करते हैं जो सिखां ने पिछले दिनी बेनती की सी कि महाराज सिमरन का की फायदा होवेगा। जो तुसी सानू कहते हो सिमरन करो, ये सिमरन का की फायदा होवेगा। तो सतगुरु पातशाह जी महाराज सिमरन के फायदे दस रहे सन। पिछले दिनी बख्शिश किया कि जदों असी सिमरन के नाल जुड़ते हाँ तो चारे पदार्थ मिलते हैं। सिमरन मानो कल्प वृक्ष वर्गा है। काम तेन गऊ कल्प वृक्ष ये सारे सिमरन के हुक्म अंदर चलते हैं। और सिमरन के नाल होर की होया, पापां दा खात्मा हो गया। काम क्रोध आदि इन्हां विकारां दा खात्मा हो गया। पर यह सिमरन जिहड़ा है वड्डे भागां तो बगैर नहीं हुंदा। वड्डे भागां वाला ही ये सिमरन नूं करदा है। अज दे शब्द विच सतगुरु कुछ वचन होर बख्शिश करते हैं कि सिमरन दे नाल की होया। मनुख दे विचों सारियां बीमारियां दी मां आलस, आलस दे विचों ही बेअंत रोग पैदा हुंदे आ। आलस ही कट दिती, मन नूं एक्टिवेट कर दिता, मन नूं चार्ज कर दिता। सिमरन दे नाल साडी आत्मा विच मन विच फुरती आई ते शरीर विच भी फुरती आई। जिस तरह कोई जिम्मेवारी होवे बंदे दे सिर ते, किसी ड्यूटी जाण दी, नौकरी जाण दी, काम ते जाण दी, तो जिम्मेवार बंदा जिहड़ा है वह समय सिर तैयार हुंदा है। आलस नूं नींद नूं त्याग के भावें कुछ भी होवे उन्होंने ड्यूटी जाना पैंदा। हाँ जी, वो किसी कारण आलस कर सकता है पर नाम जपण वाले आलस नहीं कर सकते। जे मीह आवे हनेरी आवे उन्होंने परमेश्वर दे नाल जुड़न का चाह पैदा हो जाता है तो वो अपने समय मुताबक
ਆਲਸ ਦੀ ਰਜਾਈ ਨੂੰ ਤਿਆਗ ਕੇ ਆਲਸ ਦੇ ਗੋਦੜ ਨੂੰ ਤਿਆਗ ਕਰਕੇ ਪਰਮੇਸ਼ਰ ਨਾਲ ਜੁੜਦੇ ਹਨ। ਕਿਉਂਕਿ ਆਲਸੀ ਬੰਦਾ ਜਿਹੜਾ ਹੈ ਉਹ ਹੀ ਸਰੀਰ ਵਿੱਚ ਬਿਮਾਰੀਆਂ ਵੀ ਪੈਦਾ ਕਰਦਾ ਹੈ। ਜਿਹੜੇ ਬੱਚੇ ਭੱਜਦੇ ਦੌੜਦੇ ਆ, ਖੇਡਾਂ ਵਿੱਚ ਹਿੱਸਾ ਲੈਂਦੇ ਆ, ਉਹ ਸਰੀਰ ਕਰਕੇ ਬੜੇ ਤਕੜੇ ਹੁੰਦੇ ਆ, ਪਰ ਜਿਹੜੇ ਆਲਸੀ ਹੋ ਜਾਂਦੇ ਆ ਉਹਨਾਂ ਦੇ ਸਰੀਰ ਵੀ ਕਮਜ਼ੋਰ ਰਹਿ ਜਾਂਦੇ ਆ। ਤਾਂ ਸਿਮਰਨ ਦਾ, ਨਾਮ ਜਪਣ ਦਾ ਕਿੰਨਾ ਫਾਇਦਾ ਹੋਇਆ ਕਿ ਜੀਵ ਦੇ ਅੰਦਰੋਂ ਆਲਸ ਖਤਮ ਕਰ ਦਿੱਤੀ। ਮਨੁੱਖ ਜਿਹੜਾ ਹੈ ਸਮੇਂ ਸਿਰ ਉੱਠ ਕੇ ਪਰਮੇਸ਼ਰ ਨਾਲ ਜਦੋਂ ਜੁੜਦਾ ਹੈ ਤੇ ਉਸ ਦੇ ਅੰਦਰ ਬੇਅੰਤ ਹੀ ਸ਼ਕਤੀਆਂ ਵੀ ਪ੍ਰਵੇਸ਼ ਕਰਦੀਆਂ। ਪਾਤਸ਼ਾਹ ਕਹਿੰਦੇ ਸਿਮਰਤ ਨਾਮ ਹਿਰਦੈ ਸੁਖ ਪਾਇਆ। ਪਰਮੇਸ਼ਰ ਦਾ ਸਿਮਰਨ ਕਰਦੇ ਆ ਜੀਵ ਨੂੰ ਅਨੇਕਾਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ। ਕਰ ਕਿਰਪਾ ਭਗਤ ਹੀ ਪ੍ਰਗਟਾਇਆ। ਭਗਤੀ ਦਾ ਮਤਲਬ ਭਗਤਾਂ ਵਿੱਚ, ਇੱਥੇ ਬਿੰਦੀ ਲਾ ਦਿੱਤੀ ਭਗਤੀ ਦੇ ਉੱਤੇ। ਜੇ ਸ਼ਬਦ ਭਗਤੀ ਹੁੰਦਾ ਤਾਂ ਇਹਦਾ ਮਤਲਬ ਸੀ ਕਿ ਉਹਨੇ ਕਿਰਪਾ ਕਰਕੇ ਉਹ ਸਿੱਖ ਦੇ ਅੰਦਰ ਭਗਤੀ ਪ੍ਰਗਟ ਕਰ ਦਿੱਤੀ। ਪਰ ਇੱਥੇ ਜਿਹੜਾ ਹੈ ਸਿਮਰਨ ਦੇ ਨਾਲ ਉਹ ਸੰਸਾਰ ਦੇ ਵਿੱਚ ਭਗਤਾਂ ਵਿੱਚ ਗਿਣਿਆ ਜਾਂਦਾ। ਜਿਸ ਤਰ੍ਹਾਂ ਭਗਤ ਧੰਨਾ ਜੀ ਦੇ ਪ੍ਰਥਾਏ ਲਿਖਦੇ ਹੋਏ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਧੰਨੇ ਨੇ ਦੂਸਰੇ ਭਗਤਾਂ ਦੀ ਭਗਤੀ ਨੂੰ ਜਦੋਂ ਵੇਖਿਆ, ਜਦੋਂ ਭਗਤ ਧੰਨਾ ਜੀ ਨੇ ਦੂਸਰੇ ਭਗਤਾਂ ਨੂੰ ਭਗਤੀ ਕਰਕੇ ਚੜ੍ਹਦੀ ਕਲਾ ਵਿੱਚ ਵੇਖਿਆ ਕਿ ਦੁਨੀਆ ਜਿੱਥੇ ਉਹਨਾਂ ਨੂੰ ਸਤਿਕਾਰ ਨਹੀਂ ਸੀ ਦਿੰਦੀ ਉੱਥੇ ਹੁਣ ਸਤਿਕਾਰ ਦਿੰਦੀ ਹੈ। ਆੜ ਦਾਮ ਕੋ ਛਿਪਰੋ ਹੋਇਓ ਲਾਖੀਨਾ। ਅੱਧੀ ਕੌਡੀ ਦਾ ਛੀਂਬਾ ਭਾਵ ਦੁਨੀਆ ਕਹਿੰਦੀ ਸੀ। ਉਸ ਵੇਲੇ ਦੇ ਧਰਮ ਦੇ ਅਖੌਤੀ ਮੁਖੀ ਜਿਹੜੇ ਬਣੇ ਹੋਏ ਸਨ ਬ੍ਰਾਹਮਣ ਲੋਕ, ਉਹ ਆਮ ਜਨਤਾ ਨੂੰ ਸ਼ੂਦਰ ਕਹਿ ਕੇ ਜਾਣ ਬੁੱਝ ਕੇ ਮੰਦਰਾਂ ਤੋਂ ਦੂਰ ਰੱਖਦੇ ਸਨ। ਇੱਥੋਂ ਤੱਕ ਕਿ ਆਪਦੀ ਮਰਜ਼ੀ ਚਲਾਉਂਦੇ ਸਨ, ਕਿਸੇ ਨੂੰ ਨਾਮ ਜਪਣ ਤੋਂ ਵੀ ਵਰਜਦੇ ਸਨ। ਜਦੋਂ ਇਹਨਾਂ ਭਗਤਾਂ ਨੇ ਨਾਮ ਜਪਣਾ ਸ਼ੁਰੂ ਕੀਤਾ ਤੇ ਇਹਨਾਂ ਬ੍ਰਾਹਮਣਾਂ ਨੇ ਈਰਖਾ ਕਰਕੇ ਮੌਕੇ ਦੇ ਰਾਜਿਆਂ ਕੋਲੇ ਸ਼ਿਕਾਇਤਾਂ ਕੀਤੀਆਂ, ਬਈ ਇਹ ਸ਼ੂਦਰ ਹੈ ਜੀ, ਇਹਨੂੰ ਮੰਦਰ ਵਿੱਚ ਜਾਣ ਦਾ ਹੁਕਮ ਨਹੀਂ, ਇਸ ਨੂੰ ਰਾਮ ਰਾਮ ਨਹੀਂ ਜਪਣਾ ਚਾਹੀਦਾ, ਇਹਨੂੰ ਰੋਕਿਆ ਜਾਵੇ। ਮਾਰਵਾੜ ਦੇ ਸਿਆਣੇ ਰਾਜਿਆਂ ਨੇ ਜਿਸ ਤਰ੍ਹਾਂ ਰਵਿਦਾਸ ਜੀ ਦੀ ਸ਼ਿਕਾਇਤ ਲਾਈ ਤੇ ਉਹਨਾਂ ਨੇ ਆਪਣੇ ਸੋਚ ਮੁਤਾਬਕ ਉਸ ਦਾ ਗੁਰੂ ਪਿਆਰਿਓ ਨਿਰਣਾ ਦਿੱਤਾ ਕਿ ਨਹੀਂ, ਅਸੀਂ ਰਾਜੇ ਬੇਸ਼ੱਕ ਹਾਂ ਪਰ ਰੱਬ ਨਹੀਂ ਆ। ਪਰਮੇਸ਼ਰ ਨੂੰ ਜਪਣ ਦਾ ਹਰੇਕ ਨੂੰ ਹੁਕਮ ਹੈ, ਪਰ ਉਸ ਵੇਲੇ ਉਹਨਾਂ ਧਰਮ ਦੇ ਅਖੌਤੀ ਬ੍ਰਾਹਮਣਾਂ ਦੀ ਬੜੀ ਚੱਲਦੀ ਸੀ। ਤਾਂ ਰਾਜਾ ਸਾਹਿਬ ਨੇ ਉਸ ਵੇਲੇ ਭਗਤ ਰਵਿਦਾਸ ਜੀ ਦੀ ਜਦ ਸ਼ਿਕਾਇਤ ਲਾਈ ਵੀ ਇਹ ਰਵਿਦਾਸੀਆ ਹੈ ਜੀ, ਚਮਿਆਰ ਹੈ, ਇਹ ਪਰਮੇਸ਼ਰ ਦੇ ਨਾਮ ਨੂੰ ਖਰਾਬ ਕਰੇਗਾ। ਤੇ ਰਾਜਾ ਕਹਿਣ ਲੱਗਿਆ, ਆ ਜਾਓ ਫਿਰ ਤੁਹਾਡਾ ਨਿਰਣਾ ਪਰਮੇਸ਼ਰ ਤੋਂ ਹੀ ਲੈਂਦੇ ਹਾਂ, ਕਰਾਉਂਦੇ ਹਾਂ। ਤੇ ਇੱਕ ਦਰਿਆ ਦੇ ਨਦੀ ਦੇ ਕਿਨਾਰੇ 'ਤੇ ਚਲੇ ਗਏ। ਸ਼ਿਕਾਇਤ ਲਾਉਣ ਵਾਲੇ ਪੰਡਤਾਂ ਨੂੰ ਕਹਿੰਦੇ, ਤੁਸੀਂ ਆਪਣੇ ਠਾਕੁਰ ਲੈ ਕੇ ਆਓ ਜਿਨ੍ਹਾਂ ਦੀ ਪੂਜਾ ਕਰਦੇ ਹੋ। ਤੇ ਰਵਿਦਾਸ ਜੀ ਨੂੰ ਵੀ ਕਿਹਾ, ਤੁਸੀਂ ਵੀ ਆਪਣੀਆਂ ਮੂਰਤੀਆਂ ਲੈ ਕੇ ਆਓ, ਜੋ ਮੰਦਰ ਘਰ ਵਿੱਚ ਬਣਾਇਆ, ਮੂਰਤੀਆਂ ਰੱਖੀਆਂ, ਫੈਸਲਾ ਦਰਿਆ ਦੇ ਕਿਨਾਰੇ 'ਤੇ ਕਰਾਂਗੇ। ਤੇ ਦਰਿਆ ਦੇ ਕਿਨਾਰੇ 'ਤੇ ਲਿਜਾ ਕੇ ਦੋਨਾਂ ਦੀਆਂ ਇਹ ਭਗਤੀ ਦਾ ਸਮਾਨ ਜੋ ਰਵਿਦਾਸ ਜੀ ਨੇ ਆਪਣੇ ਘਰ ਵਿੱਚ ਮੰਦਰ ਬਣਾਇਆ ਸੀ, ਉਹ ਭਗਤੀ ਦੀ ਮੂਰਤੀ ਆਦਿ ਲੈ ਗਏ, ਪਟੜੇ ਉੱਤੇ ਰੱਖ ਕੇ ਤੇ ਪੰਡਤ ਵੀ ਲੈ ਗਏ। ਤੇ ਰਾਜਾ ਦੂਜੇ ਪਾਸੇ ਬਹਿ ਗਿਆ ਤੇ ਪੰਡਤਾਂ ਨੂੰ ਹੁਕਮ ਦਿੱਤਾ ਵੀ ਹੁਣ ਤੁਸੀਂ ਭਗਤੀ ਕਰੋ, ਔਰ ਭਗਤੀ ਕਰਕੇ ਤੁਹਾਡੀਆਂ ਉੱਧਰੋਂ ਜਿਹੜੀਆਂ ਮੂਰਤੀਆਂ ਜਾਂ ਠਾਕਰ ਹੈ ਜੋ ਵੀ, ਉਹਨੂੰ ਇੱਧਰਲੇ ਪਾਸੇ ਬੁਲਾਓ। ਜੇ ਪਰਮੇਸ਼ਰ ਨੇ ਤੁਹਾਨੂੰ ਹੀ ਭਗਤੀ ਦਾ ਹੁਕਮ ਦਿੱਤਾ ਹੈ ਤਾਂ ਫਿਰ ਤੁਸੀਂ ਭਗਤੀ ਕਰਕੇ ਉਹਨਾਂ ਠਾਕਰਾਂ ਨੂੰ ਉਰਲੇ ਪਾਸੇ ਬੁਲਾਓ ਨਦੀ ਵਿੱਚ ਦੀ।
ਜੇ ਤੁਹਾਡੀ ਉਹ ਪਟੜੀ ਉਹ ਠਾਕਰ ਸਾਰਾ ਕੁਝ ਤੈਰ ਕੇ ਪਾਣੀ ਤੋਂ ਇੱਧਰ ਆ ਗਿਆ ਤੇ ਮੈਂ ਅੱਜ ਹੀ ਰਵਿਦਾਸ ਨੂੰ ਬੰਦ ਕਰ ਦਿਆਂਗਾ। ਕਹਿੰਦੇ ਪੰਡਤਾਂ ਨੇ ਬੜੀਆਂ ਟੱਲੀਆਂ ਖੜਕਾਈਆਂ, ਬੜੀਆਂ ਲੇਲੜੀਆਂ ਕੱਢੀਆਂ, ਬਹੁਤ ਕੁਝ ਕੀਤਾ, ਪਰ ਉੱਧਰੋਂ ਪਈ ਉਹ ਲੱਕੜ ਦੀ ਚੌਂਕੀ ਜਿਸ ਦੇ ਉੱਪਰ ਠਾਕੁਰ ਪੱਥਰ ਗੋਲ ਮੋਲ ਜਿਨ੍ਹਾਂ ਦੀ ਉਹ ਪੂਜਾ ਕਰਦੇ ਆ, ਸ਼ਿਵਲਿੰਗ ਆਦਿ ਉਹ ਰੱਖੇ ਹੋਏ ਆ, ਉਹ ਟਸ ਤੋਂ ਮਸ ਨਾ ਹੋਏ ਉਹਨਾਂ ਦੇ ਠਾਕਰ, ਭਾਵ ਉਹ ਪਟੜੀ ਨਾ ਹੱਲੀ। ਉੱਧਰੋਂ ਬੜਾ ਜ਼ੋਰ ਲਾਇਆ ਇਹਨਾਂ ਨੇ, ਖੁੱਲ੍ਹਾ ਸਮਾਂ ਦਿੱਤਾ ਰਾਜੇ ਨੇ ਵੀ। ਫਿਰ ਕਹਿਣ ਲੱਗੇ, ਜਦ ਉਹ ਥੱਕ ਗਏ, ਹਾਰ ਗਏ, ਹੱਥ ਬੰਨ੍ਹ ਖੜ੍ਹੇ ਤੇ ਬੈਠ ਗਏ, ਜਵਾਬ ਦੇ ਦਿੱਤਾ ਵੀ ਨਹੀਂ ਆਉਂਦੇ। ਫਿਰ ਰਵਿਦਾਸ ਜੀ ਨੂੰ ਕਹਿੰਦਾ ਕਿ ਤੁਸੀਂ ਮੰਗਾ ਕੇ ਵਿਖਾਓ ਹੁਣ। ਅਤੇ ਉਸ ਵੇਲੇ ਭਗਤ ਰਵਿਦਾਸ ਜੀ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕਰਕੇ ਫਿਰ ਇੱਕ ਸ਼ਬਦ ਗਾਇਆ, ਹਮ ਸਰ ਦੀਨ ਦਿਆਲ ਨ ਤੁਮ ਸਰ ਆਪਤਿਆਰ, ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਪੂਰੇ ਵਜਦ ਵਿੱਚ ਆ ਕੇ ਇੱਕਮਿਕ ਹੋ ਕੇ ਪਰਮੇਸ਼ਰ ਦੇ ਨਾਲ ਜਦੋਂ ਇਹ ਸ਼ਬਦ ਗਾਇਆ ਉਹਨਾਂ ਨੇ, ਮਹਾਰਾਜ ਮੇਰੇ ਵਰਗਾ ਨਿਮਾਣਾ ਕੋਈ ਨਹੀਂ, ਇਹ 'ਚ ਕੋਈ ਸ਼ੱਕ ਨਹੀਂ, ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਅੱਜ ਕਿਰਪਾ ਕਰ ਮੈਨੂੰ ਪੂਰਾ ਕਰ, ਭਾਵ ਅੱਜ ਮੇਰਾ ਪੇਪਰ ਪੈ ਗਿਆ, ਇਸ ਪੇਪਰ ਦੇ ਵਿੱਚ ਮੈਨੂੰ ਪਾਸ ਕਰ, ਅਤੇ ਇਹਦੇ ਵਿੱਚ ਤੇਰੀ ਵਡਿਆਈ ਹੈ। ਹਮ ਸਰ ਦੀਨ ਦਿਆਲ ਨ ਤੁਮ ਸਰ ਆਪਤਿਆਰ, ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹੋਂ ਬਲ ਬਲ ਜਾਉ ਰਮਈਆ ਕਾਰ ਨੇ, ਹੇ ਰਮਈਆ ਮੈਂ ਤੇਰੇ ਕੰਮਾਂ ਤੋਂ ਬਲਿਹਾਰੇ ਜਾਂਦਾ, ਤੂੰ ਬਹੁਤ ਕੁਝ ਕੀਤਾ ਹੈ। ਕਿਸੇ ਵੇਲੇ ਨਾਮਦੇਵ ਦੇ ਰਕਸ਼ਾ ਕਰਨ ਵਾਸਤੇ, ਉਸ ਨੂੰ ਪੂਰਾ ਕਰਨ ਵਾਸਤੇ ਮੰਦਰ ਘੁਮਾ ਕੇ ਵੀ ਦਿਖਾਇਆ ਤੂੰ, ਅਤੇ ਅੱਜ ਤੂੰ ਮੇਰੀ ਵੀ ਇੱਜ਼ਤ ਰੱਖ। ਜਨ ਕੋ ਪੂਰਨ ਦੀਜੈ, ਹੋਂ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਕਿਹੜੇ ਕਿਹੜੇ ਕੰਮਾਂ ਤੋਂ, ਅਬੋਲ ਕੋਈ ਗਿਣਤੀ ਆ, ਮੈਂ ਕਹਿ ਨਹੀਂ ਸਕਦਾ ਕਿ ਤੂੰ ਕੀ ਕਰ ਸਕਦਾ, ਬਹੁਤ ਕੁਝ ਕਰ ਸਕਦਾ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ। ਬੜੇ ਲੰਮੇ ਸਮੇਂ ਤੋਂ ਅਸੀਂ ਤੈਥੋਂ ਵਿਛੜੇ ਹੋਏ ਹਾਂ, ਇਹਨਾਂ ਸੰਸਾਰ ਦੇ ਲੋਕਾਂ ਨੇ ਸਾਨੂੰ ਦੂਰ ਰੱਖਿਆ ਤੈਥੋਂ, ਅਤੇ ਅੱਜ ਤੂੰ ਨੇੜੇ ਆ ਜਾ, ਸਾਨੂੰ ਨੇੜੇ ਲਾ, ਚਰਨੀ ਲਾ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ, ਦਰਸ਼ਨ ਦੇਖੇ। ਅਤੇ ਜਦੋਂ ਇਸ ਤਰ੍ਹਾਂ ਇਹ ਸ਼ਬਦ ਗਾਉਣਾ ਕੀਤਾ ਅਤੇ ਕਹਿਣ ਲੱਗੇ, ਭਗਤ ਰਵਿਦਾਸ ਜੀ ਦੀ ਉਹ ਪਟੜੀ ਜਿਹੜੀ ਸੀ ਪਰਲੇ ਪਾਸੇ ਰੱਖੀ ਦਰਿਆ ਦੇ, ਉਹ ਪੱਤਣ ਤੋਂ ਹੱਲੀ ਅਤੇ ਹੱਲ ਕੇ ਪਾਣੀ ਦੇ ਵਿੱਚੋਂ ਹੁੰਦੀ ਹੋਈ ਦੂਜੇ ਪਾਸੇ ਆ ਗਈ। ਬ੍ਰਾਹਮਣਾਂ ਦੀ ਹਾਰ ਹੋਈ ਅਤੇ ਭਗਤ ਜੀ ਜਿੱਤ ਗਏ। ਇਸ ਕਰਕੇ ਗੁਰੂ ਪਿਆਰਿਓ, ਜਦੋਂ ਅਕਾਲ ਪੁਰਖ ਕਿਰਪਾ ਕਰਦਾ ਜਿਨ੍ਹਾਂ 'ਤੇ, ਉਹਨਾਂ ਦੀ ਆਲਸ ਦੂਰ ਕਰਦਾ ਅਤੇ ਉਹਨਾਂ ਨੂੰ ਨਾਮ ਨਾਲ ਜੋੜਦਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ, ਸਿੱਖੋ ਸਿਮਰਨ ਦਾ ਕੀ ਫਾਇਦਾ ਹੋਵੇਗਾ। ਸਿੱਖਾਂ ਨੇ ਬੇਨਤੀ ਕੀਤੀ ਸੀ ਪਿਛਲੇ ਸ਼ਬਦ ਵਿੱਚ, ਮਹਾਰਾਜ ਜੀ ਸਿਮਰਨ ਕਦੋਂ ਕੀਤਾ ਜਾਵੇ, ਕਿਵੇਂ ਕੀਤਾ ਜਾਵੇ, ਕਿੱਥੇ ਬਹਿ ਕੇ ਕੀਤਾ ਜਾਵੇ, ਇਹਦਾ ਸਮਾਂ ਕੀ ਹੈ। ਫਿਰ ਅੱਗੇ ਸਵਾਲ ਪੈਦਾ ਹੋਇਆ, ਫਾਇਦਾ ਕੀ ਹੈ ਸਿਮਰਨ ਦਾ, ਅਤੇ ਹੁਣ ਪਾਤਸ਼ਾਹ ਸਿਮਰਨ ਦੇ ਫਾਇਦੇ ਦੱਸ ਰਹੇ ਹੈ। ਕੱਲ੍ਹ ਵੀ ਕਹਿ ਰਹੇ ਸੀ ਕਿ ਜਿਨ੍ਹਾਂ ਦਾ ਮਨ ਅਤੇ ਤਨ ਪਰਮੇਸ਼ਰ ਨਾਲ ਰੰਗਿਆ ਗਿਆ, ਮਨ ਤਾਂ ਰੱਤਾ ਰਾਮ ਪਿਆਰੇ, ਸਰਬ ਸਦੀਜਾ ਆਪਣਾ ਵਾਰੇ, ਆਠ ਪੈਰ ਗੋਬਿੰਦ ਗੁਣ ਗਾਈਆ, ਵਿਸਰ ਨ ਕੋਈ ਸਾਸਾ ਜੀਓ। ਫਿਰ ਕੀ ਹੋਵੇਗਾ, ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਖ ਅਭੇਵਾ। ਇਹ ਤਾਂ ਕਲਪ ਵਿਰਸ਼ ਹੈ ਪਰਮੇਸ਼ਰ ਦਾ ਨਾਮ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ, ਤਾਂ ਤੇ ਸਿਮਰਨ ਦਾ ਫਾਇਦਾ। ਮੇਰੇ ਪ੍ਰੀਤਮ ਜੀ ਕਹਿੰਦੇ, ਸਿੱਖੋ ਸਿਮਰਤ ਨਾਮ ਹਿਰਦੈ ਸੁਖ ਪਾਇਆ, ਆਤਮਿਕ ਸ਼ਾਂਤੀ ਆਊਗੀ, ਕਿਉਂਕਿ ਸਾਡੇ ਹਿਰਦੇ ਵਿੱਚ ਦੁੱਖ ਕੌਣ ਦਿੰਦਾ ਹੈ, ਕਾਮ ਕ੍ਰੋਧ ਲੋਭ ਮੋਹ ਈਰਖਾ ਦੋਈ ਦਵੈਤ ਨਿੰਦਾ ਸਾੜਾ ਚੁਗਲੀ। ਇਹ ਚੀਜ਼ਾਂ ਅਸੀਂ ਆਪਣੇ ਹਿਰਦੇ ਵਿੱਚ ਪੈਦਾ ਕਰ ਲੈਂਦੇ ਹਾਂ ਜਾਂ ਪੈਦਾ ਹੋ ਜਾਂਦੀਆਂ, ਕਲਯੁਗ ਦਾ ਸਮਾਂ ਹੈ, ਅਤੇ ਇਹ ਫਿਰ ਸਾਡੇ ਹੀ ਹਿਰਦੇ ਨੂੰ ਤਪਾਉਂਦੀਆਂ। ਜਿਸ ਦੇ ਨਾਲ ਅਸੀਂ ਈਰਖਾ ਕਰਦੇ ਹਾਂ ਉਹ 'ਤੇ ਕੋਈ ਅਸਰ ਨਹੀਂ ਹੁੰਦਾ, ਪਰ ਅਸੀਂ ਖੁਦ ਸੜੀ ਜਾਂਦੇ ਹਾਂ। ਕਾਮ ਵਾਸ਼ਨਾ ਵੀ ਸਾਡੇ ਜੀਵਨ ਨੂੰ ਬਰਬਾਦ ਕਰਦੀ ਹੈ। ਇਸੇ ਕਰਕੇ ਸਿਮਰਨ ਕਰਨ ਵਾਲਿਆਂ ਵਾਸਤੇ ਬ੍ਰਹਮਚਰੀਏ ਦਾ ਵੀ ਹੁਕਮ ਹੈ। ਯੋਗ
ਹਠ ਯੋਗ ਸਹਿਜ ਯੋਗ ਇਹਦੇ ਵਿੱਚ 10-10 ਪੁਆਇੰਟ ਦੱਸੇ ਹਨ, ਜਿਨ੍ਹਾਂ 'ਚੋਂ ਇੱਕ ਹੈ ਬ੍ਰਹਮਚਰੀਆ ਰੱਖਣਾ। ਬ੍ਰਹਮਚਰੀਆ ਹੋਵੇਗਾ ਤਾਂ ਸਿਮਰਨ ਹੋਰ ਵੀ ਵਧੀਆ ਹੋਵੇਗਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਾਮ ਵੀ ਸਾਡੇ ਜੀਵਨ ਨੂੰ ਬਰਬਾਦ ਕਰਦਾ ਹੈ, ਕ੍ਰੋਧ ਵੀ ਸਾਨੂੰ ਨਾਮ ਨਾਲ ਜੁੜਨ ਨਹੀਂ ਦਿੰਦਾ, ਔਰ ਜਿਹੜੇ ਸਵਾਦ ਹਨ ਰਸਨਾ ਦੇ, ਇੰਦਰੀਆਂ ਦੇ, ਜੀਭਾਂ ਦੇ ਆਦਿ, ਇਹ ਵੀ ਸਾਨੂੰ ਰੱਬ ਨਾਲ ਜੁੜ ਨਹੀਂ ਦਿੰਦੇ। ਜਿਵੇਂ ਕਬੀਰ ਸਾਹਿਬ ਜੀ ਇੱਕ ਦਿਨ ਬਾਜ਼ਾਰ 'ਚੋਂ ਲੰਘੇ, ਬੜੀਆਂ ਸਵਾਦ ਲਈਆਂ ਜਲੇਬੀਆਂ ਬਣ ਰਹੀਆਂ ਸਨ ਅਤੇ ਉਹਨਾਂ ਜਲੇਬੀਆਂ ਨੂੰ ਦੇਖ ਕਰਕੇ ਲੰਘ ਗਏ। ਪਰ ਘਰੇ ਜਾ ਕੇ ਜਦ ਕਿਤੇ ਸਿਮਰਨ 'ਚ ਬੈਠੇ ਸੁਬਾਹ ਸ਼ਾਮ, ਅਤੇ ਉਹਦੇ ਅੰਦਰ ਇਹੀ ਫੁਰਨ ਚੱਲੀ ਜਾਵੇ ਕਿ ਜਲੇਬੀਆਂ ਬੜੀਆਂ ਸਵਾਦ ਸੀ। ਕਬੀਰ ਸਾਹਿਬ ਨੇ ਬੜਾ ਮੋੜ ਕੇ ਮਨ ਨੂੰ ਸਿਮਰਨ 'ਚ ਲਾਉਣਾ, ਪਰ ਫਿਰ ਫੁਰਨਾ ਚੱਕਣਾ, ਜਲੇਬੀਆਂ ਬਹੁਤ ਸਵਾਦ ਸੀ। ਗੱਲ ਮੁਕਾਓ ਕਿ ਉਹਨਾਂ ਦਾ ਧਿਆਨ ਨਾ ਜੁੜਿਆ ਸਿਮਰਨ ਦੇ ਵਿੱਚ, ਅਤੇ ਫਿਰ ਜਾ ਕੇ ਦੁਕਾਨ ਦੇ ਕੋਲ ਚਲੇ ਗਏ, ਔਰ ਦੁਕਾਨ ਦੇ ਕੋਲ ਜਾ ਕਰਕੇ ਕਹਿਣ ਲੱਗੇ ਐਂ ਕਰ ਵੀ 5 ਕਿਲੋ ਜਲੇਬੀਆਂ ਦੇ ਦੇ। ਅਤੇ ਉਹਦੇ ਅੰਦਰ ਹੀ ਬੈਠ ਕੇ ਛਕਣ ਵਾਸਤੇ ਉਹ ਕਹਿਣ ਲੱਗਿਆ ਵੀ ਹੋਰ ਕੌਣ ਹੈ? ਕਹਿੰਦੇ ਉਹ ਛੱਡ ਤੂੰ, ਕਿਉਂਕਿ ਉਦੋਂ ਜਿਹੜੀ ਮਨੁੱਖ ਦੀ ਖੁਰਾਕ ਜਿਹੜੀ 2.5 ਸੇਰ ਹੁੰਦੀ ਸੀ ਲਗਭਗ, ਅਤੇ ਪਸੇਰੀ ਪੱਕੀਆਂ ਜਲੇਬੀਆਂ ਰਖਾ ਲਈਆਂ, ਫਿਰ ਛਕਣੀਆਂ ਸ਼ੁਰੂ ਕੀਤੀਆਂ, ਲੈ ਵੀ ਖਾ ਹੁਣ, ਪਹਿਲਾਂ ਜਲੇਬੀਆਂ ਖਾ, ਸਿਮਰਨ ਤਾਂ ਫੇਰ ਹੀ ਕਰਾਂਗੇ। ਹੁਣ 2.5 ਸੇਰ ਖਾਧੀਆਂ, ਪਾਣੀ ਪੀ ਪੂ ਕੇ 3 ਸੇਰ ਖਾ ਗਏ। ਹੁਣ ਇੰਨੀਆਂ ਕਿੰਨੀਆਂ ਕਿ ਅੰਦਰ ਜਾਣ ਗੁਰੂ ਪਿਆਰਿਓ। ਅਖੀਰ ਬਾਹਰ ਨਿਕਲੀਆਂ ਅਤੇ ਬਾਹਰ ਆ ਕੇ ਨਾਲੀ 'ਤੇ ਕੱਢਤੀਆਂ। ਉੱਥੇ ਬੈਠੇ ਬੈਠੇ ਕਬੀਰ ਸਾਹਿਬ ਮਨ ਨੂੰ ਫਿਰ ਕਹਿੰਦੇ ਆ ਖਵਾਵਾਂ ਹੋਰ, ਚੱਲ ਖਾ ਇਹਨਾਂ ਨੂੰ ਹੁਣ। ਪਰ ਹੁਣ ਅੰਦਰੋਂ ਮਨ ਫੁਰਨੇ ਨਾਲ ਕਹਿੰਦਾ ਨਹੀਂ ਮੈਂ ਨਹੀਂ ਖਾਂਦਾ, ਨਹੀਂ ਖਾ ਲੈ ਹੁਣ, ਆਹ ਜਿਹੜੀਆਂ ਬਚੀਆਂ ਵੀ ਸਾਰੀਆਂ ਖਾ। ਮਨ ਨੂੰ ਨਕਸ਼ਣ ਪਾ ਦਿੱਤੀ ਉਹਨਾਂ ਜਲੇਬੀਆਂ ਤੋਂ, ਕਿਉਂਕਿ ਵਾਰ-ਵਾਰ ਸਿਮਰਨ ਵਿੱਚ ਵੀ ਫੁਰਨਾ ਚੱਕੀ ਜਾਂਦਾ ਸੀਗਾ। ਇਉਂ ਕਬੀਰ ਸਾਹਿਬ ਜੀ ਘਰ ਚਲੇ ਗਏ, ਮੁੜ ਕੇ ਸਿਮਰਨ 'ਚ ਬੈਠੇ। ਹੁਣ ਮਨ ਤਾਂ ਚੁੱਪ ਕਰ ਗਿਆ। ਕਬੀਰ ਸਾਹਿਬ ਕਦੇ ਕਦੇ ਪੁੱਛਦੇ ਆ ਜਲੇਬੀਆਂ ਖਾਣੀਆਂ, ਹੱਥ ਬੰਨ ਖੜਦਾ, ਨਹੀਂ ਮਹਾਰਾਜ ਮੈਂ ਨਹੀਂ ਖਾਣੀਆਂ ਬਸ, ਕਿਉਂਕਿ ਉਸ ਨੂੰ ਦਿਖਾ ਦਿੱਤਾ ਤਜਰਬਾ। ਇਸ ਕਰਕੇ ਸਿਮਰਨ ਜਿਹੜਾ ਹੈ, ਇਸ ਨੂੰ ਕਰਨ ਦੇ ਲਈ ਇਹਨਾਂ ਵਿਕਾਰਾਂ ਤੋਂ ਖਹਿੜਾ ਛਡਾਉਣਾ, ਅਤੇ ਵਿਕਾਰਾਂ ਨੂੰ ਵੀ ਸਿਮਰਨ ਹੀ ਖਤਮ ਕਰਦਾ। ਇਹ 5-7 ਵਿਕਾਰ ਜਿਹੜੇ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਈਰਖਾ ਦੋਈ ਦਵੈਤ ਨਿੰਦਾ ਚੁਗਲੀ ਸਾੜਾ ਆਦਿ, ਇਹ ਬਿਮਾਰੀਆਂ ਜਿਹੜੀਆਂ ਹਨ ਵੈਦ ਜੀ ਨੂੰ ਬਾਬੇ ਨਾਨਕ ਨੇ ਦੱਸੀਆਂ ਕਿ ਤੈਨੂੰ ਆ ਸਾਰੀਆਂ ਬਿਮਾਰੀਆਂ। ਦੂਜਿਆਂ ਦੀ ਚੜ੍ਹਦੀ ਕਲਾ ਦੇਖ ਕੇ ਤੂੰ ਸੜਦਾ ਹੈ, ਤੇਰੇ ਅੰਦਰ ਇਹ ਈਰਖਾ ਦਾ ਤਾਪ ਚੜ੍ਹਿਆ। ਦੂਸਰਿਆਂ ਦੀ ਵਡਿਆਈ ਦੇਖ ਕੇ ਤੂੰ ਸੜਦਾ ਹੈ, ਇਹ ਤੇਰੇ ਅੰਦਰ ਸੂਲ ਦਰਦ ਹੁੰਦਾ ਪੇਟ ਵਿੱਚ। ਇਸ ਕਰਕੇ ਵੈਦ ਨੂੰ ਫਿਰ ਇਹੀ ਦਵਾਈ ਦਿੱਤੀ ਸੀ ਕਿ ਨਾਮ ਜਪਿਆ ਕਰ, ਇਹੀ ਸਾਰੀਆਂ ਦਵਾਈਆਂ ਦਾ ਪੁੜੀ ਹੈ, ਇਲਾਜ ਹੈ। ਅਤੇ ਬਾਬਾ ਜੀ ਕਹਿ ਰਹੇ ਹਨ ਅੱਜ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਉੱਠ ਵੰਝੋ ਕਿਲ ਵੇਖੋ ਕਰਤਾ ਘਰੇ ਆਇਆ। ਜਿਸ ਹਿਰਦੇ ਵਿੱਚ ਹਰੀ ਦਾ ਨਾਮ ਵਸ ਗਿਆ, ਮਾਨੋ ਸਰੀਰ ਦਾ ਕਰਤਾ ਆ ਗਿਆ। ਸਰੀਰ ਦਾ ਕਰਤਾ, ਸਰੀਰ ਦਾ ਮਾਲਕ ਕੌਣ ਹੈ? ਇਹ ਬਾਣੀ ਵਿੱਚੋਂ ਪੜ੍ਹ ਲਓ। ਕਾਇਆ ਕਾਮਣ ਸਦਾ ਸੁਹੇਲੀ, ਫਿਰ ਵਸੈ ਜਿਸ ਨਾਲੇ, ਫਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਕਾਇਆ ਦੇਹੀ ਅਤੇ ਕਾਮਣ ਇਸਤਰੀ। ਕਾਮਣ ਦਾ ਪਤੀ ਮਨੁੱਖ ਹੈ, ਇਸਤਰੀ ਦਾ ਪਤੀ ਮਨੁੱਖ ਹੈ, ਅਤੇ ਸਰੀਰ ਦਾ ਪਤੀ ਸ਼ਬਦ ਹੈ। ਇਹਨੂੰ ਸ਼ਬਦ ਨੇ ਬਣਾਇਆ। ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦ ਸ਼ਬਦ ਭਇਆ ਪ੍ਰਕਾਸ਼। ਸਗਲ ਸਮੱਗਰੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੈ ਘਟਿ ਆਛੈ। ਬਸ ਇਹੀ ਕਾਰਨ ਹੈ ਸਰੀਰ ਦੇ ਦੁਖੀ ਹੋਣ ਦਾ ਕਿ ਸ਼ਬਦ ਨਾਲੋਂ ਟੁੱਟ ਗਿਆ। ਜਨਮ ਤਾਂ ਹੋਇਆ, ਜਨਮ ਤੋਂ ਪਹਿਲਾਂ ਸ਼ਬਦ ਨਾਲ ਜੁੜਿਆ ਸੀਗਾ। ਉਹ ਸੂਖਮ ਸ਼ਬਦ ਜਿਸ ਨੂੰ ਕੋਈ ਅੱਖਰ ਨਹੀਂ ਲੱਗਦਾ ਗਾ। ਗੁਰੂ ਅਰਜਨ ਦੇਵ ਜੀ ਕਹਿੰਦੇ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਂ ਦੇ ਗਰਭ ਦੇ ਵਿੱਚ ਅਸੀਂ ਕਿਹੜਾ ਵਾਹਿਗੁਰੂ ਜਾਂ ਰਾਮ ਕਹਿੰਦੇ ਸੀ? ਵਾਹਿਗੁਰੂ ਰਾਮ ਨਹੀਂ ਸੀ ਕਹਿਣ ਜਾਣਦੇ, ਪਰ ਵਾਹਿਗੁਰੂ ਨੂੰ ਡਾਇਰੈਕਟ ਸਾਹਮਣੇ ਬੈਠਾ ਦੇਖ ਰਿਹਾ ਸੀ। ਸਾਡਾ ਮਨ, ਸਾਡੀ ਆਤਮਾ ਸਿੱਧੀ ਜੁੜੀ ਹੋਈ ਸੀ, ਜਿਵੇਂ ਆਪਾਂ ਇੱਕ ਦੂਜੇ ਦੇ ਸਾਹਮਣੇ ਬੈਠੇ ਹਾਂ, ਉਦੋਂ ਐਂ ਜੁੜਿਆ ਹੋਇਆ ਸੀ ਨਾਮ ਦੇ ਨਾਲ, ਪਰਮੇਸ਼ਰ ਦੇ ਨਾਲ। ਇਸ ਕਰਕੇ ਉੱਥੇ ਬਚਿਆ। ਉਸ ਭਿਆਨਕ ਅਗਨੀ ਵਿੱਚੋਂ ਬੱਚੇ ਨੂੰ ਜੇ ਬਚਾਇਆ ਤੇ ਨਾਮ ਨੇ ਬਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅੰਮ੍ਰਿਤ ਵਰਤਾਇਆ। ਬਸ ਉੱਥੋਂ ਲਿਵ ਟੁੱਟ ਗਈ।
ਉਹ ਲਿਵ ਜਿਉਂ ਟੁੱਟੀ ਦਿਨੋਂ ਦਿਨ ਟੁੱਟਦੀ ਹੀ ਜਾ ਰਹੀ ਆ, ਦੂਰ ਹੀ ਹੁੰਦਾ ਜਾ ਰਿਹਾ। ਇਸ ਕਰਕੇ ਇਹ ਦੁਖੀ ਆ। ਅਤੇ ਜਿੱਦਣ ਉਹ ਨਾਮ ਦੁਬਾਰੇ ਹਿਰਦੇ ਵਿੱਚ ਫਿਰ ਆ ਕੇ ਬੈਠ ਗਿਆ, ਉਸੇ ਤਰ੍ਹਾਂ ਫਿਰ ਇਹਨਾਂ ਕਿਲਵਿੱਖਾਂ ਨੂੰ, ਪਾਪਾਂ ਨੂੰ, ਵਿਕਾਰਾਂ ਨੂੰ ਭੱਜਣਾ ਪੈਣਾ। ਉੱਠ ਵੰਝੋ ਕਿਲਵਿੱਖੋ ਕਰਤਾ ਘਰ ਆਇਆ। ਹੁਣ ਇਹਦਾ ਮਾਲਕ ਘਰੇ ਆ ਗਿਆ, ਹੁਣ ਤੁਹਾਨੂੰ ਇੱਥੇ ਟਿਕਾਣਾ ਨਹੀਂ ਮਿਲੇਗਾ, ਤੁਸੀਂ ਚਲੇ ਜਾਓ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ, ਜਦੋਂ ਅਸੀਂ ਪਰਮੇਸ਼ਰ ਨੂੰ ਜਪਦੇ ਹਾਂ, ਸਿਮਰਨ ਕਰਦੇ ਹਾਂ, ਹਿਰਦੇ ਵਿੱਚ ਸ਼ਾਂਤੀ ਸੁੱਖ ਆ ਜਾਂਦਾ ਹੈ। ਕਰ ਕਿਰਪਾ ਭਗਤੀ ਪ੍ਰਗਟਾਇਆ। ਅਤੇ ਨਾਮ ਜਪਣ ਵਾਲੇ, ਦੁਨੀਆ ਚਾਹੁੰਦੀ ਹੈ ਮੈਂ ਦੁਨੀਆ ਵਿੱਚ ਮਸ਼ਹੂਰ ਹੋ ਜਾਵਾਂ, ਮੈਨੂੰ ਸਾਰੀ ਦੁਨੀਆ ਜਾਣੇ, ਪਰ ਉਹਨਾਂ ਨੂੰ ਕੋਈ ਨਹੀਂ ਜਾਣਦਾ। ਜਿਹੜੇ ਹੱਥ ਪੈਰ ਤਾਂ ਬਹੁਤ ਮਾਰਦੇ ਆ ਪਰ ਸਿਮਰਨ ਨਹੀਂ ਕਰਦੇ। ਅਤੇ ਉਹ ਜਿਹੜੇ ਸਿਮਰਨ ਕਰਦੇ ਆ ਉਹਨੂੰ ਸਾਰੀ ਦੁਨੀਆ ਜਾਣਦੀ ਹੈ, ਜਿਵੇਂ ਭਗਤਾਂ ਨੂੰ ਸਾਰੀ ਦੁਨੀਆ ਜਾਣਦੀ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਨ੍ਹਾਂ ਜਿਨ੍ਹਾਂ ਨੇ ਦੁਨੀਆ ਵਿੱਚ ਆ ਕੇ ਗੁਰਮੰਤਰ ਨੂੰ ਜਪਣਾ ਕੀਤਾ, ਉਹ ਸਦਾ ਹੀ ਕਾਇਮ ਹੋ ਜਾਂਦੇ ਆ। ਕਰ ਕਿਰਪਾ ਭਗਤ ਹੀ ਪ੍ਰਗਟਾਇਆ। ਨਾਮ ਦੇ ਮਸ਼ਹੂਰ ਹੋ ਗਏ ਆ, ਉਹਨੂੰ ਅਸੀਂ ਜਾਣਦੇ ਹਾਂ। ਰਵਿਦਾਸ ਟੋਭੰਤਾ ਟਹੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਉਹ ਵੀ ਪ੍ਰਗਟ ਹੋ ਗਏ ਆ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਦੇ ਪ੍ਰਥਾਏ ਕਹਿੰਦੇ ਹੈ, ਤਨਨਾ ਬੁਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਰਾਰੇ ਕੰਨਾ ਲਾਤਾ ਤਾਂ ਇਹਦਾ ਪਰਮੇਸ਼ਰ ਬਣ ਗਿਆ ਅਰਥ। ਕਬੀਰ ਪਰਮੇਸ਼ਰ ਦਾ ਅਰਥ ਨਹੀਂ ਹੈ। ਕਬੀਰ ਦਾ ਮਤਲਬ ਭਗਤ ਕਬੀਰ ਜੀ ਹੈ, ਅਤੇ ਕਬੀਰਾ ਪਰਮੇਸ਼ਰ ਹੈ। ਕਬੀਰਾ ਸੋਨਾ ਵੀ ਹੈ। ਜਿਹੜੀ ਸਭ ਤੋਂ ਉੱਤਮ ਚੀਜ਼ ਆ ਉਹਨੂੰ ਕਬੀਰਾ ਕਿਹਾ ਜਾਂਦਾ ਹੈ। ਧਾਤਾਂ 'ਚੋਂ ਸੋਨਾ ਉੱਤਮ ਹੈ ਅਤੇ ਜੀਵਾਂ 'ਚੋਂ ਪਰਮੇਸ਼ਰ ਉੱਤਮ ਹੈ। ਅਤੇ ਜਦੋਂ ਕਬੀਰ ਸਾਹਿਬ ਜੀ ਵੀ ਕਬੀਰਾ ਪਰਮੇਸ਼ਰ ਨਾਲ ਜੁੜੇ, ਤਨ ਬੁਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜਲਾਹਰਾ ਭਇਓ ਗੁਣੀ ਗਹੀਰਾ, ਉਹ ਵੀ ਗੁਣਾਂ ਦਾ ਖਜ਼ਾਨਾ ਬਣ ਗਿਆ। ਇਸੇ ਤਰ੍ਹਾਂ ਹੀ ਕਹਿੰਦੇ ਸੈਨ ਨਾਈ, ਨਾਈਆਂ ਦਾ ਕੰਮ ਕਰਨ ਵਾਲਾ, ਰਾਜੇ ਦੀ ਮਾਲਿਸ਼ ਕਰਨ ਵਾਲਾ। ਬੁੱਤਕਾਰੀਆ, ਬੁੱਤਾਂ ਦੀ ਮਾਲਿਸ਼ ਕਰਨ ਵਾਲਾ, ਬੁੱਤਾਂ ਦੀ ਕਾਰ ਸੇਵਾ ਕਰਨ ਵਾਲਾ, ਭਾਵ ਸਰੀਰ ਦੀ ਮਾਲਿਸ਼ ਕਰਨ ਵਾਲਾ। ਸੈਨ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ, ਉਹ ਥਾਂ ਥਾਂ ਜਾਂਦਾ ਸੀਗਾ ਸੇਵਾ ਕਰਨ, ਲੋਕਾਂ ਦੀ ਮਾਲਿਸ਼ ਕਰਨ। ਪਰ ਜਦੋਂ ਉਹ ਵੀ ਸਤਸੰਗ ਵਿੱਚ ਜਾਣ ਲੱਗਿਆ, ਸਾਧੂਆਂ ਦੀ ਸਤਸੰਗ ਕਰਨ ਲੱਗਿਆ, ਸੈਨ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਸ ਤਰ੍ਹਾਂ ਭਗਤਾਂ ਦੀ ਮਹਿਮਾ ਸੁਣ ਕੇ ਧੰਨੇ ਨੇ ਵੀ ਭਗਤੀ ਕੀਤੀ। ਕਰ ਕਿਰਪਾ ਭਗਤੀ ਪ੍ਰਗਟਾਇਆ। ਤਾਂ ਜਦੋਂ ਇਹ ਨਾਮ ਜਪਦਾ ਹੈ ਤਾਂ ਦੁਨੀਆ ਵਿੱਚ ਵੀ ਮਸ਼ਹੂਰ ਹੋ ਜਾਂਦਾ ਹੈ, ਭਾਵ ਦੁਨੀਆ ਜਾਣਨ ਲੱਗ ਜਾਂਦੀ ਆ ਉਹਨਾਂ ਨੂੰ। ਪਰਮੇਸ਼ਰ ਨਾਲ ਮਿਲ ਕੇ ਇੱਕਮਿਕ ਹੋ ਜਾਂਦੇ ਹਨ। ਸੰਤ ਸੰਗ ਮਿਲ ਹਰ ਹਰ ਜਪਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰਿਆਂ ਨਾਲ ਬੈਠ ਕੇ ਹਰੀ ਦਾ ਜਾਪ ਕੀਤਾ। ਬਿਨ ਸੇ ਆਲਸ ਰੋਗਾ ਜੀਓ, ਉਹਨਾਂ ਦੇ ਘਰੋਂ ਸਾਰੀਆਂ ਬਿਮਾਰੀਆਂ ਖਤਮ ਹੋ ਗਈਆਂ। ਆਲਸ ਰੂਪੀ ਬਿਮਾਰੀ ਵੀ ਖਤਮ ਹੋ ਗਈ, ਆਲਸ ਰੂਪੀ ਰੋਗ ਵੀ ਖਤਮ ਹੋ ਗਿਆ। ਜਾਂ ਕੇ ਗ੍ਰਹਿ ਨਵ ਨਿਧ ਹਰ ਭਾਈ, ਜਿਸ ਪਰਮੇਸ਼ਰ ਦੇ ਘਰ ਵਿੱਚ 9 ਨਿਧੀਆਂ 18 ਸਿੱਧੀਆਂ ਦੇ ਖਜ਼ਾਨੇ ਹਨ, ਉਹ ਕਿਹਨੂੰ ਮਿਲਦਾ ਹੈ? ਤਿਸ ਮਿਲਿਆ ਜਿਸ ਪੁਰਬ ਕਮਾਈ, ਜਿਹੜੇ ਪਿਛਲੇ ਕਈ ਜਨਮਾਂ ਤੋਂ ਭਗਤੀ ਕਰਦੇ ਆ ਰਹੇ ਹਨ, ਜਿਨ੍ਹਾਂ ਦੇ ਪੂਰਬਲੇ ਭਾਗ ਚੰਗੇ ਹਨ, ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਨੂੰ ਪਰਮੇਸ਼ਰ ਫਿਰ ਮਿਲ ਪੈਂਦਾ। ਗਿਆਨ ਧਿਆਨ ਪੂਰਨ ਪਰਮੇਸ਼ਰ, ਅਤੇ ਮਨੁੱਖ ਜੇ ਗਿਆਨ ਪਾਉਣਾ ਚਾਹੁੰਦਾ ਹੈ ਤਾਂ ਪਰਮੇਸ਼ਰ ਹੀ ਕਰਾ ਸਕਦਾ। ਜਿਸ ਤਰ੍ਹਾਂ ਗੁਰੂਆਂ ਨੇ, ਗੁਰੂ ਪਰਮੇਸ਼ਰ ਰੂਪੀ ਹਨ, ਉਹਨਾਂ ਨੇ ਆਪਣੇ ਸਮੇਂ ਵਿੱਚ ਸੰਸਾਰ ਨੂੰ ਗਿਆਨ ਕਰਾਇਆ। ਜਿਵੇਂ 8ਵੇਂ ਪਾਤਸ਼ਾਹ ਜੀ ਨੇ, ਗੁਰੂ ਪਿਆਰਿਓ, ਬਿਲਕੁਲ ਅਣਜਾਣ ਅਨਪੜ੍ਹ ਇੱਕ ਝਿਓਰ ਦੇ ਕੋਲੋਂ ਜਿਹੜਾ ਗਿਆਨ ਕਰਵਾ ਕੇ ਇੱਕ ਬ੍ਰਾਹਮਣ ਦਾ ਹੰਕਾਰ ਦੂਰ ਕੀਤਾ। ਛੱਜੂ ਮਹਿਰੇ ਨੂੰ ਬੁਲਾ ਕੇ ਲਿਆਇਆ, ਉਹਨੂੰ ਹੰਕਾਰ ਹੋ ਗਿਆ ਸੀ, ਅਤੇ ਗੁਰੂ ਪਾਤਸ਼ਾਹ ਜੀ ਨੇ ਛੱਜੂ ਮਹਿਰੇ ਦੇ ਕੋਲੋਂ ਹੀ ਗੀਤਾ ਦਾ ਗਿਆਨ ਸੁਣਾ ਕੇ ਉਹਦਾ ਹੰਕਾਰ ਦੂਰ ਕੀਤਾ। ਉਹਦਾ ਖਿਆਲ ਸੀ ਸ਼ਾਇਦ ਮੈਨੂੰ ਹੀ ਗਿਆਨ ਹੈ, ਹੋਰ ਕਿਸੇ ਨੂੰ ਗਿਆਨ ਨਹੀਂ ਹੈ। ਇਸ ਕਰਕੇ ਗੁਰੂ ਪਿਆਰਿਓ, ਉਹ ਪਰਮੇਸ਼ਰ ਜਦੋਂ ਕਿਸੇ ਨੂੰ ਮਿਲ ਜਾਂਦਾ ਹੈ ਤਾਂ ਉਹ ਬ੍ਰਹਮ ਗਿਆਨ ਵੀ ਕਰਵਾ ਦਿੰਦਾ, ਜਿਵੇਂ ਗੁਰੂਆਂ ਨੇ ਕਰਾਇਆ।
ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਜੋਗਾ ਸਮਰੱਥ, ਗੁਰੂ ਜਿਹੜਾ ਹੈ, ਪਰਮੇਸ਼ਰ ਜਿਹੜਾ ਹੈ ਸਰਬ ਕਲਾ ਸਮਰੱਥ ਹੈ। ਉਹ ਜੋ ਚਾਹੇ ਸੋ ਕਰ ਸਕਦਾ ਹੈ, ਪਰ ਸ਼ਰਤ ਹੈ ਕਿ ਸਾਨੂੰ ਉਹਦਾ ਸਿਮਰਨ ਕਰਨਾ ਪੈਣਾ। ਖਿਨ ਮਹਿ ਥਾਪਿਓ ਥਾਪਣ ਹਾਰਾ, ਉਹਦੇ ਵਿੱਚ ਇੰਨੀ ਪਾਵਰ ਹੈ, ਇੱਕ ਛਿਣ ਵਿੱਚ ਕਿਸੇ ਨੂੰ ਖਤਮ ਕਰ ਦੇਵੇ ਤੇ ਦੂਜੇ ਛਿਣ ਵਿੱਚ ਉਸ ਨੂੰ ਥਾਪ ਦੇਵੇ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਜੇ ਉਹ ਚਾਹੇ ਤਾਂ ਕਿਸੇ ਨਿਮਾਣੇ ਨੂੰ ਰਾਜਾ ਬਣਾ ਦੇਵੇ ਤੇ ਰਾਜੇ ਨੂੰ ਭਿਖਾਰੀ ਬਣਾ ਦੇਵੇ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਉਹ ਪਰਿਪੂਰਨ ਪਰਮੇਸ਼ਰ ਐਸੇ ਗੁਣ ਰੱਖਦਾ ਹੈ। ਕਿਸੇ ਫਕੀਰ ਨੂੰ ਕਿਸੇ ਨੇ ਪੁੱਛਿਆ ਰਾਜੇ ਨੇ ਕਿ ਪਰਮੇਸ਼ਰ ਕੀ ਕਰਦਾ ਹੈ, ਤੇ ਗੁਰੂ ਪਿਆਰਿਓ ਜਿਸ ਵੇਲੇ ਉਸ ਰਾਜੇ ਨੇ ਪੁੱਛਿਆ, ਰਾਜਾ ਤਖਤ ਤੇ ਬੈਠਾ ਸੀ ਤੇ ਉਹ ਫਕੀਰ ਰੱਬ ਦਾ ਪਿਆਰਾ ਥੱਲੇ ਬੈਠਾ ਸੀ। ਰਾਜੇ ਨੇ ਪੁੱਛਿਆ ਰੱਬ ਕੀ ਕਰਦਾ, ਉਹ ਕਹਿਣ ਲੱਗੇ ਦੱਸੂਗਾ, ਪਰ ਤੂੰ ਪੁੱਛ ਰਿਹਾ ਇਸ ਕਰਕੇ ਨੀਵੇਂ ਹੋ ਕੇ ਪੁੱਛਿਆ ਜਾਂਦਾ, ਥੱਲੇ ਆ ਤੂੰ ਇੱਥੇ ਮੈਨੂੰ ਬੈਠਣ ਦੇ। ਕਹਿਣ ਲੱਗੇ ਰਾਜਾ ਥੱਲੇ ਆ ਗਿਆ, ਫਕੀਰ ਉੱਤੇ ਬੈਠ ਗਿਆ। ਕਹਿੰਦੇ ਦੱਸੋ ਜੀ, ਕਹਿੰਦੇ ਆਹੀ ਕੰਮ ਕਰਦਾ, ਛੋਟਿਆਂ ਨੂੰ ਵੱਡੇ ਤੇ ਵੱਡਿਆਂ ਨੂੰ ਛੋਟੇ ਕਰ ਦਿੰਦਾ। ਕੋ ਸਤਨਾਮ, ਉਹਦਾ ਇਹੀ ਸੁਭਾਅ ਹੈ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਉਹ ਲਸ਼ਕਰਾਂ ਨੂੰ ਖਤਮ ਕਰ ਸਕਦਾ ਹੈ, ਕਿਸੇ ਨਿਮਾਣੇ ਨੂੰ ਰਾਜ ਗੱਦੀ ਦੇ ਸਕਦਾ। ਇਸ ਕਰਕੇ ਇਹ ਉਹਦਾ ਸੁਭਾਅ ਹੈ, ਇਹ ਉਹਦਾ ਕੰਮ ਹੈ। ਉਹ ਇੱਦਾਂ ਹੀ ਕਰਦਾ ਹੈ। ਜਾਂ ਕੈ ਘਰ ਨਵ ਨਿਧ ਗ੍ਰਹਿ ਭਾਈ, ਜਾਂ ਕੇ ਗ੍ਰਹਿ ਨਿਵ ਨਿਧ ਹਰ ਭਾਈ। ਜਿਸ ਦੇ ਘਰ ਵਿੱਚ 9 ਨਿਧੀਆਂ 18 ਸਿੱਧੀਆਂ ਦੇ ਖਜ਼ਾਨੇ ਹਨ, ਤਿਸ ਮਿਲਿਆ ਜਿਸ ਪੁਰਬ ਕਮਾਈ। ਉਸ ਨੂੰ ਮਿਲਦਾ ਜਿਸ ਦੇ ਪੁਰਬਲੇ ਭਾਗ ਚੰਗੇ ਹੁੰਦੇ ਹਨ। ਗਿਆਨ ਧਿਆਨ ਪੂਰਨ ਪਰਮੇਸ਼ਰ, ਉਹ ਗਿਆਨ ਧਿਆਨ ਦਾ ਦਾਤਾ, ਸਰਬ ਕਲਾ ਸਮਰੱਥ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਉਹ ਜੋ ਚਾਹੇ ਸੋ ਕਰ ਸਕਦਾ ਹੈ। ਖਿਨ ਮੈਂ ਥਾਪਿਓ ਥਾਪਣ ਹਾਰਾ, ਇੱਕ ਛਿਣ ਦੇ ਵਿੱਚ ਉਹ ਦੁਨੀਆ ਨੂੰ ਬਣਾ ਸਕਦਾ ਹੈ, ਅਗਲੇ ਛਿਣ ਵਿੱਚ ਢਾਹ ਵੀ ਸਕਦਾ ਹੈ। ਆ ਪਿਛਲੇ ਸਮੇਂ ਦੇ ਵਿੱਚ ਭਾਵੇਂ ਕਿ ਆਮ ਕਹਿੰਦੇ ਹੈ ਹੀਲਾ ਰਿਜ਼ਕ ਬਹਾਨੇ ਮੌਤ, ਮੌਤ ਕਿਸੇ ਬਹਾਨੇ ਨਾਲ ਆਉਂਦੀ ਹੈ ਤੇ ਰਿਜ਼ਕ ਜਿਹੜਾ ਕਿਸੇ ਹੀਲੇ ਨਾਲ, ਕਿਸੇ ਉਦਮ ਨਾਲ ਮਿਲਦਾ। ਭਾਵ ਸਾਨੂੰ ਉਦਮ ਕਰਨਾ ਚਾਹੀਏ। ਹੀਲੇ ਰਿਜ਼ਕ ਬਹਾਨੇ ਮੌਤ, ਬਹਾਨਾ ਭਾਵੇਂ ਕਰੋਨਾ ਦਾ ਬਣਿਆ, ਪਰ ਅਰਬਾਂ ਖਰਬਾਂ ਦੁਨੀਆ ਕੁਝ ਸਮੇਂ ਦੇ ਵਿੱਚ ਹੀ ਮਰ ਗਈ। ਇਹਦਾ ਕਾਰਨ ਇਹ ਪਰਮੇਸ਼ਰ ਦੇ ਹੱਥ ਵਿੱਚ ਹੈ। ਜਰਮਨ ਵਾਲਿਆਂ ਨੇ ਤਰੱਕੀ ਕੀਤੀ ਹਜ਼ਾਰਾਂ ਸਾਲਾਂ ਦੇ ਵਿੱਚ, ਤੇ ਇੱਕ ਵਾਰ ਐਸਾ ਭੁਚਾਲ ਆਇਆ 5-7 ਮਿੰਟਾਂ ਦੇ ਵਿੱਚ ਸਾਰਾ ਜਰਮਨ ਤਬਾਹ ਹੋ ਗਿਆ ਸੀ। ਕੋ ਸਤਨਾਮ। ਭਾਵ ਇਹ ਚੀਜ਼ਾਂ, ਇਹ ਸ਼ਕਤੀਆਂ ਪਰਮੇਸ਼ਰ ਦੇ ਹੱਥ ਵਿੱਚ ਹੈ। ਪਰਮੇਸ਼ਰ ਭਾਵੇਂ ਦਿਸਦਾ ਨਹੀਂ, ਪਰ ਉਹ ਹੁਕਮ ਹੀ ਹੁਕਮ ਚਲਾਏ ਰਾਹੋ, ਆਪਣੇ ਹੁਕਮ ਦੇ ਨਾਲ ਹੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ। ਖਿਨ ਮੈਂ ਥਾਪ ਉਥਾਪਣ ਹਾਰਾ, ਇੱਕ ਛਿਣ ਦੇ ਵਿੱਚ ਹੀ ਸੰਸਾਰ ਨੂੰ ਬਣਾ ਸਕਦਾ ਹੈ, ਢਾਹ ਸਕਦਾ ਹੈ। ਪਾਤਸ਼ਾਹ ਜੀ ਦਾ ਬਚਨ ਹੈ ਕਿ ਕਿਸੇ ਵੇਲੇ ਉਹ ਇਕੱਲਾ ਹੀ ਬੈਠਾ ਸੀ, ਕੋਈ ਵੀ ਨਹੀਂ ਸੀਗਾ, ਤੇ ਉਹਦੇ ਅੰਦਰ ਫੁਰਨਾ ਬਣਿਆ ਕਿ ਮੇਰੇ ਵਰਗੇ ਹੋਰ ਵੀ ਹੋਣ। ਤੇ ਉਹਨੇ ਫਿਰ ਕਿਵੇਂ ਬਣਾਏ? ਉਹਨੇ ਬਚਨ ਹੀ ਕੀਤਾ, ਹੋ ਜਾ। ਬਸ ਇੰਨਾ ਕਿਹਾ ਤੇ ਦੁਨੀਆ ਬਣਨੀ ਸ਼ੁਰੂ ਹੋ ਗਈ। ਭਾਵ ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਬੜਾ ਮਹਾਨ ਹੈ, ਬੜਾ ਵਿਸ਼ਾਲ ਹੈ। ਮੈਂ ਉਹਦੇ ਬਾਰੇ ਪੂਰਾ ਕਿਵੇਂ ਦੱਸਾਂ? ਪ੍ਰੀਤਮ ਜੀ ਕਹਿੰਦੇ ਇੱਕ ਛਿਣ ਵਿੱਚ ਥਾਪ ਸਕਦਾ ਹੈ, ਅਗਲੇ ਛਿਣ ਵਿੱਚ ਖਤਮ ਕਰ ਸਕਦਾ ਹੈ। ਆਪ ਹੀ ਇਕਾਂਤੀ ਆਪ ਪਸਾਰਾ, ਆਪ ਹੀ ਇਕਾਂਤ ਵਿੱਚ ਇਕੱਲਾ ਬੈਠਾ ਸੀ ਤੇ ਉਹਨੇ ਆਪ ਹੀ ਆਪਣੇ ਅਨੇਕਾਂ ਰੂਪ ਧਾਰਨ ਕਰ ਲਏ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਉਹ ਇੱਕ ਸੀਗਾ, ਅਨੇਕਾਂ ਹੋ ਗਿਆ। ਕੁਦਰਤ ਕਰਕੇ ਵਸਿਆ ਸੋਈ, ਕੁਦਰਤ ਨੂੰ ਬਣਾ ਕਰਕੇ
ਕੁਦਰਤ ਦੇ ਵਿੱਚ ਉਹ ਆਪ ਹੀ ਵਸ ਕੇ ਬੈਠਾ ਹੈ। ਕੁਦਰਤ ਕਰਕੇ ਵਸਿਆ ਸੋਈ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਸਾਚੇ ਤੇ ਪਵਨਾ ਪਿਆ, ਉਹ ਤੋਂ ਹਵਾ ਪੈਦਾ ਹੋਈ। ਜਦੋਂ ਉਹਨੇ ਕਿਹਾ ਹੋ ਜਾ, ਤਾਂ ਉਸ ਤੋਂ ਹਵਾ ਹੋ ਗਈ, ਭਾਵ ਪਵਨ ਬਣ ਗਈ, ਹਵਾ ਬਣ ਗਈ। ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਪਵਨ ਸਾਜਿਆ, ਘੜ ਘੜ ਜੋਤ ਸਮੋਏ। ਇਉਂ ਸ੍ਰਿਸ਼ਟੀ ਬਣਨੀ ਸ਼ੁਰੂ ਹੋ ਗਈ। ਮੇਰੇ ਪ੍ਰੀਤਮ ਜੀ ਕਹਿੰਦੇ ਹਨ ਇਸ ਤਰ੍ਹਾਂ, ਆਪ ਇਕਾਂਤੀ, ਆਪ ਪਸਾਰਾ, ਆਪ ਇਕੱਲਾ ਬੈਠਾ ਸੀ, ਆਪ ਹੀ ਸ੍ਰਿਸ਼ਟੀ ਬਣਾ ਕੇ ਬਹਿ ਗਿਆ। ਪਰ ਲੇਪ ਨਹੀਂ ਜਗ ਜੀਵਨ ਦਾਤੇ, ਉਹ ਇਹਦੇ ਵਿੱਚ ਭਾਵੇਂ ਵਿੱਚ ਰਹਿੰਦਾ, ਪਰ ਇਹਦੇ ਵਿੱਚ ਮਸਤ ਨਹੀਂ ਹੈ, ਇਹਦੇ ਵਿੱਚ ਡੁੱਬਿਆ ਹੋਇਆ ਨਹੀਂ, ਇਹਦੇ ਨਾਲ ਮੋਹ ਨਹੀਂ ਪਾਇਆ। ਕੋ ਸਤਨਾਮ, ਜਦੋਂ ਜੀ ਕਰਦਾ ਹੈ ਬਚਪਨ ਦੇ ਵਿੱਚ ਵੀ ਜੀਵਾਂ ਨੂੰ ਸਰੀਰ ਚੋਂ ਕੱਢ ਦਿੰਦਾ ਹੈ, ਤੇ ਜਵਾਨੀ ਵਿੱਚ ਵੀ ਕੱਢਦਾ, ਬੁਢਾਪੇ ਵਿੱਚ ਵੀ ਕੱਢ ਦਿੰਦਾ। ਉਹਦਾ ਕਿਸੇ ਸਰੀਰ ਦੇ ਨਾਲ ਮੋਹ ਨਹੀਂ ਹੈ, ਸ੍ਰਿਸ਼ਟੀ ਦੇ ਵਿੱਚ ਵਸਿਆ ਹੋਇਆ ਹੈ। ਜਿੱਥੇ ਜੀ ਕਰਦਾ ਪ੍ਰਗਟ ਹੋ ਜਾਂਦਾ, ਜਿੱਥੇ ਜੀ ਕਰਦਾ ਅਲੋਪ ਹੋ ਜਾਂਦਾ। ਆਪਣੀ ਮੌਜ ਦਾ ਮਾਲਕ ਹੈ। ਇਸ ਕਰਕੇ ਉਹ ਪਰਮੇਸ਼ਰ ਜਿਹਨੇ ਦੁਨੀਆ ਬਣਾਈ ਹੈ, ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦ ਸ਼ਬਦ ਭਇਆ ਪ੍ਰਕਾਸ਼। ਅਰਬਦ ਨਰਬਦ ਧੁੰਦੂ ਕਾਰਾ, ਧਨ ਨ ਗਗਨਾ ਹੁਕਮ ਅਪਾਰਾ। ਕਦੇ ਇਕੱਲਾ ਹੀ ਬੈਠਾ ਸੀਗਾ, ਨਾ ਧਰਤੀ ਸੀ ਨਾ ਆਕਾਸ਼ ਸੀ, ਹਨੇਰਾ ਹੀ ਹਨੇਰਾ ਸੀ, ਬਸ ਉਹ ਆਪ ਹੀ ਬੈਠਾ ਸੀਗਾ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏ ਨਾ, ਆਪਣੇ ਆਪੇ ਵੀ ਸਮਾਇਆ ਹੋਇਆ ਸੀ। ਤੇ ਇੱਕ ਦਿਨ ਉਹਦੇ ਅੰਦਰ ਫੁਰਨਾ ਕੀਆ, ਸੁਨੋ ਕੀਆ ਪ੍ਰਗਾਸਾ, ਸੁਨ ਵਿੱਚੋਂ ਹੀ ਪ੍ਰਕਾਸ਼ ਪੈਦਾ ਕਰ ਦਿੱਤਾ। ਸੁਨ ਵਿੱਚੋਂ ਸਾਰੀ ਦੁਨੀਆ ਬਣਨੀ ਸ਼ੁਰੂ ਹੋ ਗਈ ਇਸ ਤਰ੍ਹਾਂ। ਪਰ ਬਣਾ ਕਰਕੇ ਇਹਦੇ ਵਿੱਚ ਲੁਭਾਏ ਮਾਨ ਨਹੀਂ, ਇਹ 'ਚ ਫਸਿਆ ਹੋਇਆ ਨਹੀਂ। ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਣ ਵਿਜੋਗਾ ਜੀਓ। ਐਸਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ ਕਿ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਸਾਰੇ ਵਿਛੋੜੇ ਖਤਮ ਹੋ ਜਾਂਦੇ ਹਨ। ਅੰਚਲ ਲਾਇ ਸਭ ਸ੍ਰਿਸ਼ਟ ਤਰਾਈ। ਤੇ ਇਸ ਤਰ੍ਹਾਂ ਜਦੋਂ ਦੁਨੀਆ ਨੂੰ ਤਾਰਨਾ ਹੁੰਦਾ, ਫਿਰ ਆਪਣਾ ਪੱਲਾ ਫੜਾਉਂਦਾ। ਜਿਸ ਤਰ੍ਹਾਂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਦਇਆ ਦ੍ਰਿਸ਼ਟੀ ਹੋਈ ਗਵਾਲੀਅਰ ਦੇ ਕੈਦੀ ਰਾਜਿਆਂ 'ਤੇ, ਤਾਂ ਉਹਨਾਂ ਨੂੰ ਆਪਣੇ ਚੋਲੇ ਦੀਆਂ ਕਲੀਆਂ ਫੜਾ ਕੇ ਤਾਰ ਦਿੱਤਾ, ਭਾਵ ਜੇਲ੍ਹ ਵਿੱਚੋਂ ਕੱਢ ਲਿਆਂਦੇ, ਮੁਕਤ ਕਰ ਦਿੱਤੇ, ਔਰ ਉਹਨਾਂ ਦੇ ਰਾਜ ਵੀ ਉਹਨਾਂ ਨੂੰ ਵਾਪਸ ਦਵਾ ਦਿੱਤੇ। ਇਸ ਤਰ੍ਹਾਂ ਫਿਰ ਉਹਨਾਂ ਨੇ ਰਾਜ ਕੀਤੇ ਦੁਬਾਰਾ। ਇਹ ਕੰਮ ਪਰਮੇਸ਼ਰ ਦੇ ਆ। ਜੋ ਕੰਮ ਗੁਰੂਆਂ ਨੇ ਕੀਤੇ ਆ ਨਾ, ਇਹੀ ਕੰਮ ਪਰਮੇਸ਼ਰ ਕਰਦਾ। ਖਿਲ ਮੈਂ ਥਾਪ ਥਾਪਣ ਹਾਰਾ। ਜਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਵੀ ਕੀਤੀਆਂ ਵੱਡੀਆਂ, ਅਖੀਰ ਤੇ ਸਤਿਗੁਰੂ ਪਾਤਸ਼ਾਹ ਜੀ ਮੁਗਲਾਂ ਦੇ ਰਾਜ ਨੂੰ ਆਪਣੀ ਕਲਮ ਦੇ ਨਾਲ ਵੀ ਖਤਮ ਕਰ ਦਿੰਦੇ ਆ। ਜਫਰਨਾਮਾ ਲਿਖ ਕੇ ਔਰੰਗਜ਼ੇਬ ਦਾ ਖਾਤਮਾ ਕੀਤਾ, ਤੇ ਤੀਰ ਦੀ ਨੋਕ ਨਾਲ ਘਾਹੀ ਦਾ ਪੌਦਾ ਪੱਟ ਕੇ ਮੂਧਾ ਮਾਰ ਕੇ ਕਹਿੰਦੇ ਮੁਗਲਾਂ ਦੀ ਜੜ ਗਈ। ਭਾਵ ਆਪਣੇ ਬਚਨਾਂ ਨਾਲ ਕੁਛ ਵੀ ਕਰ ਸਕਦੇ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਪਰਮੇਸ਼ਰ ਦੇ ਦਰਸ਼ਨ ਕਰਿਆ ਵੀ ਸਾਡਾ ਜੀਵਨ ਸਫਲਾ ਹੁੰਦਾ। ਲੇਪ ਨਾਹੀ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਣ ਬਿਜੋਗਾ ਜੀਓ। ਅੰਚਲ ਲਾਏ ਸਭ ਸ੍ਰਿਸ਼ਟ ਤਰਾਈ। ਜਿਨ੍ਹਾਂ ਨੇ ਆਪਣੇ ਲੜ ਲਾ ਕੇ ਸਾਰੀ ਸ੍ਰਿਸ਼ਟੀ ਦਾ ਉਧਾਰ ਕੀਤਾ। ਕੇਵਲ 52 ਰਾਜੇ ਹੀ ਨਹੀਂ, ਸਾਨੂੰ ਵੀ ਉਹਨੇ ਆਪਣਾ ਪੱਲਾ ਫੜਾਇਆ ਹੋਇਆ। ਭਾਵ ਗੁਰੂ ਵਾਲੇ ਬਣਨਾ ਵੀ ਗੁਰੂ ਦਾ ਪੱਲਾ ਫੜਨਾ ਹੈ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗਣਾ ਕੀਤਾ, ਉਹਨਾਂ ਨੂੰ ਸੰਸਾਰ ਸਮੁੰਦਰ 'ਚੋਂ ਪਾਰ ਕੀਤਾ। ਜਿਵੇਂ ਗਵਾਲੀਅਰ ਦੇ ਕਿਲੇ ਤੋਂ ਉਹਨਾਂ ਰਾਜਿਆਂ ਨੂੰ ਕੈਦ 'ਚੋਂ ਕੱਢਿਆ, ਮੁਕਤ ਕੀਤਾ, ਇਵੇਂ ਸਾਨੂੰ ਵੀ ਉਹ ਮੁਕਤ ਕਰਨ ਦੇ ਸਮਰੱਥ ਹੈ। ਜੇ 2 ਰਾਜਿਆਂ ਨੇ ਹੈਦਰਾਬਾਦ ਦੀ ਜੇਲ੍ਹ ਵਿੱਚ ਬਚਨ ਉਚਾਰਨ ਕੀਤੇ ਕਿ ਮਹਾਰਾਜ ਸਾਨੂੰ ਵੀ ਮੁਕਤ ਕਰੋ, ਅਰਦਾਸ ਕੀਤੀ, ਬੇਨਤੀ ਕੀਤੀ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਇਹ 2 ਪੰਕਤੀਆਂ ਨੂੰ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ। ਅਜੇ ਕੁਝ ਦਿਨ ਹੀ ਹੋਏ ਆ ਜਪਦਿਆਂ ਨੂੰ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਸਮੇਤ ਨੀਲੇ ਤੇ ਸਵਾਰ
ਉਹ ਜੇਲ੍ਹ ਦੇ ਵਿੱਚ ਉਤਰੇ ਤੇ ਉਹਨਾਂ ਦੋਨਾਂ ਰਾਜਿਆਂ ਨੂੰ ਕੱਢ ਕੇ ਆਜ਼ਾਦ ਕੀਤਾ, ਮੁਕਤ ਕੀਤਾ ਤੇ ਉਹਨਾਂ ਨੂੰ ਹਜੂਰ ਸਾਹਿਬ ਦੇ ਨੇੜੇ ਇੱਕ ਅਸਥਾਨ ਹੈ, ਜਿੱਥੇ ਅਸਥਾਨ ਬਣਿਆ ਹੋਇਆ, ਸਿੱਖ ਸੰਗਤਾਂ ਆਉਂਦੀਆਂ ਜਾਂਦੀਆਂ ਰਾਤ ਕੱਟਦੀਆਂ ਉਸ ਜਗ੍ਹਾ ਦੇ ਉੱਤੇ ਵੀ। ਤਾਂ ਗੁਰੂ ਪਿਆਰੋ ਉੱਥੇ ਲਿਜਾ ਕੇ ਤਾਰ ਦਿੱਤਾ ਤੇ ਕਹਿੰਦੇ ਜਾਓ ਘਰਾਂ ਨੂੰ। ਰਾਜੇ ਕਹਿੰਦੇ ਜੀ ਇੱਥੇ ਤੁਹਾਡੇ ਨਾਲ ਹੀ ਚੱਲਾਂਗੇ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਤੁਸੀਂ ਆਪਦੇ ਘਰੇ ਜਾਓ। ਤੇ ਉਸ ਵੇਲੇ ਫਿਰ ਸਤਿਗੁਰਾਂ ਨੇ ਕਿਹਾ ਵੀ ਇੱਥੋਂ ਜਗ੍ਹਾ ਪੱਟੋ। ਕਹਿੰਦੇ ਉਹਨਾਂ ਨੇ ਜਗ੍ਹਾ ਪੱਟੀ ਤੇ ਥੱਲਿਓਂ ਇੱਕ ਪਿਛਲੇ ਜਨਮ ਦਾ ਸਾਧੂਆਂ ਦਾ ਜਿਵੇਂ ਧੂਣਾ ਲਾਇਆ ਹੁੰਦਾ, ਨਾਮ ਜਪਦੇ ਹੁੰਦੇ ਆ ਬੈਠ ਕੇ, ਪਿਛਲੇ ਜਨਮ ਦਾ ਸਮਾਨ ਨਿਕਲਿਆ, ਖੜਾਵਾਂ ਗੜਵਾ ਆਦਿ। ਤੇ ਕਹਿਣ ਲੱਗੇ ਵੀ ਇਹ ਜਗ੍ਹਾ ਸਾਡੀ ਹੈ ਪੁਰਾਤਨ, ਤੁਸੀਂ ਜਾ ਕੇ ਹਜੂਰ ਸਾਹਿਬ ਨੰਦੇੜ ਸਿੱਖਾਂ ਨੂੰ ਕਹੋ ਵੀ ਸਾਨੂੰ ਇਸ ਤਰ੍ਹਾਂ ਗੁਰੂ ਸਾਹਿਬ ਕਿਲੇ 'ਚੋਂ ਜੇਲ੍ਹ 'ਚੋਂ ਕੱਢ ਕੇ ਲਿਆਏ ਨੇ ਤੇ ਆਹ ਜਗ੍ਹਾ ਉਹਨਾਂ ਦੀ ਪੁਰਾਤਨ ਹੈ ਤੇ ਇੱਥੇ ਤੁਸੀਂ ਜਿਹੜਾ ਹੈ ਇੱਕ ਸਥਾਨ ਬਣਾਓ, ਧਰਮਸ਼ਾਲਾ ਬਣਾਓ, ਤਾਂ ਕਿ ਸੰਗਤਾਂ ਆਉਂਦੀਆਂ ਜਾਂਦੀਆਂ ਇੱਥੇ ਆਰਾਮ ਕਰ ਸਕਣ। ਤੋ ਕਹਿਣ ਤੋਂ ਭਾਵ ਹੈ ਉਹ ਪਰਿਪੂਰਨ ਪਰਮੇਸ਼ਰ ਬੜਾ ਵਿਸ਼ਾਲ ਹੈ। ਅੰਚਲ ਲਾਏ ਸਭ ਸ੍ਰਿਸ਼ਟ ਧਰਾਈ, ਇਸ ਤਰ੍ਹਾਂ ਦੁਨੀਆ ਨੂੰ ਤਾਰਨ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਆਪ ਪਰਮੇਸ਼ਰ ਗੁਰੂ ਨਾਨਕ ਬਣ ਕੇ ਦੁਨੀਆ ਵਿੱਚ ਆਇਆ, ਆਪਣਾ ਨਾਮ ਆਪ ਜਪਾਈ ਤੇ ਆਪ ਸ੍ਰਿਸ਼ਟੀ ਨੂੰ ਆਪਣਾ ਨਾਮ ਜਪਾਉਣਾ ਕੀਤਾ। ਗੁਰ ਬੋਹਿਥ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਇਸ ਤਰ੍ਹਾਂ ਵੱਡੇ ਭਾਗਾਂ ਦੇ ਨਾਲ ਧੁਰੋਂ ਸੰਜੋਗ ਭਾਵ ਜਿਨ੍ਹਾਂ ਦੇ ਭਾਗਾਂ 'ਚ ਲਿਖਿਆ ਸੀ ਉਹਨਾਂ ਨੂੰ ਗੁਰੂ ਨਾਨਕ ਦੇ ਚਰਨ ਰੂਪੀ ਸਮੁੰਦਰੀ ਬੇੜਾ ਮਿਲ ਗਿਆ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਇਹ ਬੇੜਾ ਮਿਲ ਗਿਆ ਉਹਨਾਂ ਨੂੰ ਤੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਤਾ। ਇਹ ਹੈ ਪਰਮੇਸ਼ਰ ਦੇ ਸਿਮਰਨ ਦੀ ਮਹਿਮਾ। ਜੇ ਕੋਈ ਸਿਮਰਨ ਕਰੇ ਤਾਂ ਇਤਨੀ ਕਿਰਪਾ ਸਤਿਗੁਰੂ ਕਰਦੇ ਹਨ ਜੋ ਸਰਬ ਕਲਾ ਸਮਰੱਥ ਹੈ, ਕੁਝ ਵੀ ਕਰ ਸਕਦੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਿਮਰਨ ਦੀ ਮਹਿਮਾ ਦੱਸਣੀ ਕੀਤੀ। ਅਗਲੇ ਸ਼ਬਦ ਦੇ ਵਿੱਚ ਹੋਰ ਮਹਿਮਾ ਕਰਦੇ ਹਨ, ਤੇਰੀ ਮਹਿਮਾ ਤੂੰ ਹੈ ਜਾਣੈ, ਫਿਰ ਵੀ ਅਸੀਂ ਤੇਰੀ ਪੂਰੀ ਮਹਿਮਾ ਨਹੀਂ ਕਰ ਸਕਦੇ ਕਿ ਤੂੰ ਕਿਤਨਾ ਵੱਡਾ ਹੈ। ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੈ ਸਾ ਭਲੀ ਜਾਏ। ਜੋ ਤੂੰ ਕਰਾਉਣਾ ਜੀਵ ਉਹ ਕਰਦੇ ਆ, ਜਿੱਥੇ ਤੂੰ ਰੱਖਦਾ ਜੀਵ ਉੱਥੇ ਹੀ ਰਹਿੰਦੇ ਆ। ਤੇ ਤੈਨੂੰ ਵੀ ਸਿਖਾ ਉਸ ਥਾਂ ਨੂੰ ਹੀ ਚੰਗਾ ਸਮਝਣਾ ਚਾਹੀਏ। ਭਲੀ ਜਾਏ ਉਹ ਥਾਂ ਚੰਗਾ ਜਿੱਥੇ ਤੂੰ ਸਾਨੂੰ ਰੱਖਦਾ। ਸੋਈ ਸਿਆਣਾ ਸੋ ਪਤਵੰਤਾ, ਉਹ ਹੀ ਸਿਆਣਾ ਹੈ, ਇੱਜ਼ਤ ਵਾਲਾ ਹੈ। ਹੁਕਮ ਲੱਗੇ ਜਿਸ ਮਿੱਠਾ ਜੀਓ, ਜਿਸ ਨੂੰ ਗੁਰੂ ਦਾ ਪਰਮੇਸ਼ਰ ਦਾ ਹੁਕਮ ਭਾਣਾ ਮਿੱਠਾ ਲੱਗਦਾ। ਖੈਰ ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਅਗਲੇ ਸ਼ਬਦ ਦੀ ਵਿਚਾਰ, ਇਹ ਸ਼ਬਦ ਦੀ ਵਿਚਾਰ ਪੂਰੀ ਹੋਈ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ